ਹੈਲੋ एवरीवन, ਆਪ ਸਭ ਨੂੰ ਸਾਡੇ ਵੱਲੋਂ ਸਤਿ ਸ੍ਰੀ ਅਕਾਲ, ਆਦਾਬ, ਨਮਸਕਾਰ। ਅੱਜ ਦੀ ਇਸ ਵੀਡੀਓ ਵਿੱਚ ਅਸੀਂ ਤੁਹਾਨੂੰ ETT 6635 ਤੇ ਲੱਗੇ ਇੱਕ ਹੋਰ ਕੇਸ ਦੀ ਜਾਣਕਾਰੀ ਦੇਣ ਜਾ ਰਹੇ ਹਾਂ। ਪਰੰਤੂ ਵੀਡੀਓ ਸ਼ੁਰੂ ਕਰਨ ਤੋਂ ਪਹਿਲਾਂ ਆਪ ਸਭ ਨੂੰ ਗੁਜ਼ਾਰਿਸ਼ ਹੈ ਕਿ ਜੇਕਰ ਤੁਸੀਂ ਅਜੇ ਤੱਕ ਸਾਡੇ ਚੈਨਲ ਨੂੰ ਸਬਸਕ੍ਰਾਈਬ ਨਹੀਂ ਕੀਤਾ ਤਾਂ ਇਸ ਨੂੰ ਸਬਸਕ੍ਰਾਈਬ ਕਰ ਲਓ ਤਾਂ ਜੋ ਹਰੇਕ ਆਉਣ ਵਾਲੀ ਵੀਡੀਓ ਦਾ ਨੋਟੀਫਿਕੇਸ਼ਨ ਆਪ ਜੀ ਨੂੰ ਸਮੇਂ ਸਿਰ ਮਿਲ ਜਾਇਆ ਕਰੇ। ਕੱਲ ETT 6635 ਪੋਸਟਾਂ ਤੇ ਇੱਕ ਹੋਰ ਕੇਸ ਫਾਈਲ ਹੋਇਆ ਹੈ। ਇਹ ਕੇਸ ਮਹਾਵੀਰ ਸਿੰਘ ਸੰਧੂ ਦੀ ਅਦਾਲਤ ਦੇ ਵਿੱਚ ਪੰਜਾਬ ਤੇ ਹਰਿਆਣਾ ਹਾਈ ਕੋਰਟ ਦੇ ਵਿੱਚ ਲੱਗਿਆ ਹੈ, ਜਿਸ ਵਿੱਚ ਕਿ 57 ETT ਪਾਸ ਉਮੀਦਵਾਰਾਂ ਨੇ ਜਿਨ੍ਹਾਂ ਨੇ ਕਿ ਗ੍ਰੈਜੂਏਸ਼ਨ ਨਹੀਂ ਕੀਤੀ ਹੋਈ, ਉਹਨਾਂ ਨੇ ਵਿਕਾਸ ਚਤਰਥ ਨਾਂ ਦੇ ਐਡਵੋਕੇਟ ਰਾਹੀਂ ਇੱਕ ਕੇਸ ਫਾਈਲ ਕੀਤਾ ਹੈ ਤੇ ਉਸ ਕੇਸ ਦੇ ਬਦਲੇ ਹਾਈ ਕੋਰਟ ਨੇ ਪੰਜਾਬ ਤੇ ਹਰਿਆਣਾ ਹਾਈ ਕੋਰਟ ਨੂੰ 31 ਮਾਰਚ ਨੂੰ ਆਪਣਾ ਜਵਾਬ ਪੇਸ਼ ਕਰਨ ਵਾਸਤੇ ਹਦਾਇਤ ਜਾਰੀ ਕਰ ਦਿੱਤੀ ਹੈ, ਨੋਟਿਸ ਜਾਰੀ ਕਰ ਦਿੱਤਾ ਹੈ। ਕੀ ਹੈ ਇਹ ਕੇਸ, ਆਓ ਜਾਣਦੇ ਹਾਂ। ਇਸ ਕੇਸ ਦੇ ਅਨੁਸਾਰ ETT ਜਿਨ੍ਹਾਂ ਨੇ ਕਿ ਸਿਰਫ ਡਿਪਲੋਮਾ ਇਨ ਐਲੀਮੈਂਟਰੀ ਐਜੂਕੇਸ਼ਨ ਹੀ ਕੀਤਾ ਹੋਇਆ ਹੈ, ਪਰੰਤੂ ਉਹਨਾਂ ਨੇ ਗ੍ਰੈਜੂਏਸ਼ਨ ਨਹੀਂ ਕੀਤੀ ਹੋਈ, ਉਹਨਾਂ ਨੇ ਇਸ ਕਾਨੂੰਨ ਨੂੰ ਚੈਲੰਜ ਕੀਤਾ ਹੈ ਕਿ ਜਦੋਂ ਬੇਸਿਕ ਕੁਆਲੀਫਿਕੇਸ਼ਨ ਇਹਨਾਂ ਪੋਸਟਾਂ ETT 6635 ਦੀਆਂ ਪੋਸਟਾਂ ਦੀ ਬੇਸਿਕ ਕੁਆਲੀਫਿਕੇਸ਼ਨ ਡਿਪਲੋਮਾ ਇਨ ਐਲੀਮੈਂਟਰੀ ਐਜੂਕੇਸ਼ਨ ਹੈ ਤਾਂ ਫਿਰ ਗ੍ਰੈਜੂਏਟ ਪਾਸ ਉਮੀਦਵਾਰਾਂ ਨੂੰ ਵਾਧੂ 5 ਅੰਕ 3 ਅੰਕ ਤੇ 2 ਅੰਕ ਉਹਨਾਂ ਦੀ ਕਾਰਗੁਜ਼ਾਰੀ ਦੇ ਆਧਾਰ ਤੇ ਜੋ ਦਿੱਤੇ ਜਾ ਰਹੇ ਹਨ ਉਹ ਗਲਤ ਹਨ ਤੇ ਇਸ ਕਰਕੇ ਇਸ ਨੂੰ ਉਹਨਾਂ ਨੇ ਚੈਲੰਜ ਕੀਤਾ ਹੈ। ਇਸ ਕੇਸ ਦੇ ਨਾਲ ETT 6635 ਦੀ ਭਰਤੀ ਹੋਰ ਵੀ ਘੁੰਮਣ ਘੇਰ ਵਿੱਚ ਫਸ ਗਈ ਹੈ, ਕਿਉਂਕਿ ਪਹਿਲਾਂ ਹੀ B.Ed ਵਰਸਸ ETT ਵਾਲਾ ਜੋ ਕੇਸ ਹੈ ਉਹ ਅਜੇ ਸਾਰਥਕ ਹੱਲ ਦੇ ਕਿਨਾਰੇ ਤੇ ਨਹੀਂ ਪਹੁੰਚਿਆ, ਅਜੇ ਕਨਕਲੂਡ ਨਹੀਂ ਹੋਇਆ, ਉਹਦਾ ਕੋਈ ਸਾਰਥਕ ਨਤੀਜਾ ਨਿਕਲਿਆ ਹੀ ਨਹੀਂ ਤੇ ਤਾਰੀਖ ਪਈ ਜਾ ਰਹੀ ਹੈ। ਤੇ ਹੁਣ ਇੱਕ ਹੋਰ ਇਹ ਕੇਸ ਪੈਣ ਦੇ ਨਾਲ ਪਤਾ ਨਹੀਂ ਕਿਸ ਪਾਸੇ ਇਹ ਭਰਤੀ ਕਿਸ ਪਾਸੇ ਜਾਵੇਗੀ ਤੇ ਕਦੋਂ ਇਸ ਦਾ ਨਿਪਟਾਰਾ ਹੋਏਗਾ, ਕੋਈ ਵੀ ਡੈਫੀਨੇਟਲੀ ਇਸ ਦੇ ਬਾਰੇ ਕੁਝ ਵੀ ਕਹਿ ਨਹੀਂ ਸਕਦਾ। ਇਸ ਹਾਲਤ ਵਿੱਚ ਹੁਣ ਤਾਂ ਇਉਂ ਲੱਗਦਾ ਹੈ ਕਿ ਜਿਵੇਂ ਕਿ ਚਾਰਲਸ ਡਾਰਵਨ ਨੇ ਜੋ ਓਰੀਜਨ ਆਫ ਸਪੀਸ਼ੀਜ਼ ਪੁਸਤਕ ਦੇ ਵਿੱਚ 2 ਨਿਯਮ ਕੁਦਰਤ ਦੇ ਦਿੱਤੇ ਸਨ, ਉਸ ਦੀ ਇਹ ਜਿਉਂਦੀ ਜਾਗਦੀ ਮਿਸਾਲ ETT 6635 ਦੀ ਭਰਤੀ ਹੋ ਗਈ ਹੈ। ਕੀ ਸਨ ਉਹ ਨਿਯਮ? ਉਹ ਨਿਯਮ ਇਹ ਸਨ ਕਿ ਸਟਰਗਲ ਫਾਰ ਐਗਜ਼ਿਸਟੈਂਸ ਤੇ ਸਰਵਾਈਵਲ ਆਫ ਦਾ ਫਿਟੈਸਟ। ਸਰਵਾਈਵਲ ਫਾਰ ਦਾ ਫਿਟੈਸਟ ਦਾ ਮਤਲਬ ਇਹ ਹੈ ਕਿ ਜੋ ਵੀ ਦੂਜਿਆਂ ਪ੍ਰਾਣੀਆਂ ਨਾਲੋਂ ਆਰਗੇਨਿਜ਼ਮ ਨਾਲੋਂ ਤਗੜਾ ਹੋਏਗਾ ਉਹੀ ਸਰਵਾਈਵ ਕਰੇਗਾ, ਭਾਵੇਂ ਕਿ ਆਪਣੇ ਹੀ ਤਰ੍ਹਾਂ ਦੇ ਪ੍ਰਜਾਤੀ ਦੇ ਹੋਰ ਜੀਵਾਂ ਨਾਲ ਹਰੇਕ ਪ੍ਰਾਣੀ ਨੂੰ ਸਟਰਗਲ ਜਿਉਂਦੇ ਰਹਿਣ ਵਾਸਤੇ ਕਰਨੀ ਹੀ ਪੈਂਦੀ ਹੈ। ਤਾਂ ਹੁਣ ਇਹ ਦੇਖਣਾ ਹੋਵੇਗਾ ਕਿ ਜਦੋਂ ਕੇਸ ਤੇ ਕੇਸ ਲੱਗਿਆ ਜਾ ਰਿਹਾ ਹੈ ਤੇ ਇਸ ਦਾ ਅੰਤਲਾ ਨਤੀਜਾ ਜਾਂ ਕਨਕਲੂਜਨ ਕੀ ਨਿਕਲਦਾ ਹੈ। ਇੱਕ ਪਾਸੇ ਤਾਂ ਸੁਪਰੀਮ ਕੋਰਟ ਦੇ ਵਿੱਚ ਇਹ ਕੇਸ ਪਹੁੰਚਿਆ ਹੋਇਆ ਹੈ, ਜਿੱਥੇ ਕਿ ਰਾਜਸਥਾਨ ਦੇ BSTC ਵਰਸਸ B.Ed ਕੈਂਡੀਡੇਟ ਦੇ ਵਿੱਚ ਕੇਸ ਚੱਲ ਰਿਹਾ ਹੈ ਤੇ ਹੁਣ ਇਸ ਤੋਂ ਬਾਅਦ NCTE ਨੇ ਵੀ ਇੱਕ ਸਪੈਸ਼ਲ ਲੀਵ ਪਟੀਸ਼ਨ ਜਾਰੀ ਕਰ ਦਿੱਤੀ ਹੈ, ਫਾਈਲ ਕਰ ਦਿੱਤੀ ਹੈ ਤੇ 22 ਫਰਵਰੀ ਨੂੰ ਉਹ ਵੀ ਪੇਸ਼ ਹੋਵੇਗੀ ਔਰ ਕੀ ਨਤੀਜਾ ਨਿਕਲੇਗਾ, ਕੀ ਆਰਗੂਮੈਂਟਸ ਹੋਣਗੀਆਂ, ਕਾਊਂਟਰ ਆਰਗੂਮੈਂਟਸ ਹੋਣਗੀਆਂ, ਉਹ ਚੀਜ਼ ਦੇਖਣੀ ਅਜੇ ਬਾਕੀ ਹੈ। ਜਦੋਂ 22 ਫਰਵਰੀ ਆਵੇਗੀ ਤਾਂ ਉਸ ਵੇਲੇ ਉਸ ਦਾ ਪਤਾ ਚੱਲੇਗਾ। ਪਰੰਤੂ ਇੱਕ ਗੱਲ ਤਾਂ ਕਲੀਅਰ ਹੈ ਕਿ ਹੁਣ ਜਿਵੇਂ ਕਿ ਕਹਾਵਤ ਹੈ ਕਿ ਕੁੰਡੀਆਂ ਦੇ ਸਿੰਘ ਫਸ ਗਏ ਤੇ ਹੁਣ ਨਿਤਰੂ ਵਡੇਵੇਂ ਖਾਣੀ, ਉਹ ਗੱਲ ਹੀ ਬਣ ਗਈ ਜਾਪਦੀ ਹੈ, ਕਿਉਂਕਿ ਇਹਨਾਂ ਸਾਰਿਆਂ ਕੇਸਾਂ ਦਾ ਨਿਪਟਾਰਾ ਕਿਸ ਤਰ੍ਹਾਂ ਹੋਏਗਾ। ਕੀ NCTE ਭਾਰੂ ਰਹੇਗੀ, ਕੀ MHRD ਭਾਰੂ ਰਹੇਗੀ, ਜਾਂ ਕੀ BSTC ਵਾਲੇ ETT ਵਾਲੇ ਉੱਥੇ ਸੁਪਰੀਮ ਕੋਰਟ ਦੇ ਵਿੱਚ ਆਪਣੇ ਲਰਨਡ ਐਡਵੋਕੇਟਸ ਦੇ ਰਾਹੀਂ ਆਪਣਾ ਪੱਖ ਬਹੁਤ ਹੀ ਮਜ਼ਬੂਤੀ ਨਾਲ ਪੇਸ਼ ਕਰਨ ਵਿੱਚ ਕਾਮਯਾਬ ਹੋਣਗੇ, ਇਹ ਵੇਖਣ ਵਾਲੀ ਗੱਲ ਹੋਵੇਗੀ। ਪਰੰਤੂ ਇੱਕ ਗੱਲ ਤਾਂ ਕਲੀਅਰ ਹੈ ਕਿ ਜਦੋਂ ਕਿ ਬਹੁਤ ਹੀ ਵਿਵਾਦਿਤ ਕਾਨੂੰਨ
ਵੱਖ-ਵੱਖ ਇੰਸਟੀਟਿਊਸ਼ਨਸ ਨੇ, ਖਾਸ ਤੌਰ ਤੇ NCTE ਤੇ MHRD ਨੇ ਬਣਾ ਛੱਡੇ ਹਨ। ਇਸ ਦੇ ਨਾਲ ਲੱਖਾਂ ਵਿਦਿਆਰਥੀ, ਲੱਖਾਂ ਉਮੀਦਵਾਰ ਪ੍ਰਭਾਵਿਤ ਹੋ ਰਹੇ ਹਨ ਅਤੇ ਉਹ ਕੋਸ ਰਹੇ ਹਨ ਕਿ ਕਿਉਂ ਨਹੀਂ ਹਾਇਰ ਅਥਾਰਟੀਜ਼ ਐਸੇ ਕਾਨੂੰਨ ਬਣਾਉਂਦੀ ਜਿਸ ਦੇ ਵਿੱਚ ਕਿ ਕੋਈ ਵੀ ਵਿਵਾਦ ਨਾ ਹੋਵੇ, ਜਿਸ ਦੇ ਵਿੱਚ ਕਿ ਕੋਈ ਕੰਟਰੋਵਰਸੀ ਨਾ ਹੋਵੇ। ਹੁਣ ਜਦੋਂ ਕਿ ਲੜਾਈ ਸਿਖਰ ਤੇ ਪਹੁੰਚ ਹੀ ਗਈ ਹੈ ਤਾਂ ਇਹ ਲੜਾਈ ਤਾਂ ਹੁਣ ਇੰਜ ਲੱਗਦਾ ਹੈ ਜਿਵੇਂ ਕਿ WWE ਦੀ ਲੜਾਈ ਹੋਵੇ। ਉਹਦੇ ਵਿੱਚ ਤੁਹਾਨੂੰ ਪਤਾ ਹੈ ਨਾ ਕਿ ਉਸ ਦੇ ਵਿੱਚ ਪਹਿਲਵਾਨ ਇੱਕ ਦੂਜੇ ਨੂੰ ਮਾਰ ਕਟਾਈ ਕਰਦੇ ਹਨ, ਇੱਕ ਦੂਜੇ ਦੀ ਮਾਰ ਕਟਾਈ ਕਰਦੇ ਹਨ, ਪਰੰਤੂ ਜਿਹੜਾ ਵੀ ਪਹਿਲਵਾਨ ਦੂਜੇ ਪਹਿਲਵਾਨ ਨੂੰ ਕੁੱਟਣਾ ਚਾਹੇ ਉਸ ਦੇ ਪਿੱਛੇ ਪੈ ਜਾਂਦਾ ਹੈ। ਤੇ ਉਸ ਤਰ੍ਹਾਂ ਇਹ ਇੱਕ ਰੂਲ ਜਿਵੇਂ ਹੁੰਦਾ ਹੈ ਕਿ ਐਵਰੀਥਿੰਗ ਇਜ਼ ਫੇਅਰ ਇਨ ਲਵ ਐਂਡ ਵਾਰ, ਉਹ ਗੱਲ ਹੀ ਇੱਥੇ ਬਣ ਗਈ ਲੱਗਦੀ ਹੈ। ਕਿਉਂਕਿ ਇਹ ਤਾਂ ਸੁਣਿਆ ਸੀ ਕਿ EDT 6635 ਦੇ ਵਿਰੁੱਧ BED ਵਾਲਿਆਂ ਨੇ ਕੇਸ ਲਗਾਇਆ ਹੈ, ਪਰੰਤੂ ਹੁਣ ਉਹਦੇ ਵਿੱਚ ਹੀ EDT ਵਾਲਿਆਂ ਨੇ ਕੇਸ ਲਗਾ ਕੇ ਤੇ ਇੱਕ ਹੋਰ ਮਸਲਾ ਖੜਾ ਕਰ ਦਿੱਤਾ ਹੈ। ਪਰੰਤੂ ਉਹ ਵੀ ਸੋਚਦੇ ਹਨ ਕਿ ਸਾਡਾ ਵੀ ਰਾਈਟ ਹੈ, ਰਾਈਟ ਟੂ ਇਕੁਐਲਿਟੀ ਹੈ, ਕਿਉਂਕਿ ਉਹਨਾਂ ਨੇ ਆਪਣੇ ਕੇਸ ਦੇ ਵਿੱਚ ਇਹ ਦਲੀਲ ਪੇਸ਼ ਕੀਤੀ ਹੈ ਕਿ ਸਾਡਾ ਰਾਈਟ ਟੂ ਇਕੁਐਲਿਟੀ ਹੈ। ਸਾਡਾ ਰਾਈਟ ਟੂ ਇਕੁਐਲਿਟੀ ਵਾਇਓਲੇਟ ਹੋਇਆ ਹੈ ਜਦੋਂ ਕਿ ਬੇਸਿਕ ਕੁਆਲੀਫਿਕੇਸ਼ਨ ਡਿਪਲੋਮਾ ਇਨ ਐਲੀਮੈਂਟਰੀ ਐਜੂਕੇਸ਼ਨ ਹੈ ਤਾਂ ਕਿਉਂ ਕੁਝ ਕੈਂਡੀਡੇਟਸ ਨੂੰ 2, 3 ਤੇ 5 ਵਾਧੂ ਅੰਕ ਦੇ ਕੇ ਤੇ ਸਾਡੇ ਹੱਕਾਂ ਦੇ ਉੱਤੇ ਡਾਕਾ ਕਿਉਂ ਮਾਰਿਆ ਜਾ ਰਿਹਾ ਹੈ। ਦੇਖੋ, ਇਹ ਕੋਰਟਾਂ ਦਾ ਕੰਮ ਹੈ ਡਿਸਾਈਡ ਕਰਨਾ, ਇਹ ਕੋਰਟਾਂ ਦਾ ਕੰਮ ਹੈ ਦੇਖਣਾ ਕਿ ਕੀ ਕਿਸੇ ਦਾ ਰਾਈਟ ਵਾਇਓਲੇਟ ਹੋ ਰਿਹਾ ਹੈ ਜਾਂ ਨਹੀਂ ਹੋ ਰਿਹਾ। ਹੁਣ ਇਸ ਦੇ ਨਤੀਜੇ ਜੋ ਹਨ ਉਹ ਜੱਜਾਂ ਨੇ ਨਿਰਧਾਰਿਤ ਕਰਨੇ ਹਨ। ਪਰੰਤੂ ਇੱਕ ਗੱਲ ਮੈਂ ਸਪਸ਼ਟ ਤੌਰ ਦੇ ਉੱਤੇ ਉਮੀਦਵਾਰਾਂ ਨੂੰ ਕਹਿਣਾ ਚਾਹਾਂਗਾ, ਉਮੀਦਵਾਰ ਬਹੁਤ ਜ਼ਿਆਦਾ ਫਰਸਟ੍ਰੇਟਡ ਨੇ ਕਿਉਂਕਿ ਇਹ ਭਰਤੀਆਂ ਜੋ ਹਨ ਤੇ ਖਾਸ ਤੌਰ ਤੇ ETT 6635, ETT 2364 ਤੇ ਉਸ ਤੋਂ ਬਾਅਦ ਜੋ ਆਉਣ ਵਾਲੀ 5994 ਹੈ ਉਹਦੇ ਤੇ ਵੀ ਬਹੁਤ ਅਸਰ ਪੈ ਰਿਹਾ ਹੈ ਔਰ ਜਲਦੀ ਰੁਜ਼ਗਾਰ ਪ੍ਰਾਪਤ ਹੋ ਨਹੀਂ ਰਿਹਾ। ਇਸ ਕਰਕੇ ਆਰਥਿਕ ਸਥਿਤੀਆਂ ਕੈਂਡੀਡੇਟਸ ਦੀਆਂ ਜੋ ਹੁਣ ਬਹੁਤ ਵੱਧ ਤੋਂ ਵੱਧਤਰ ਹੋ ਗਈਆਂ ਹਨ। ਇਸ ਕਰਕੇ ਬਹੁਤ ਸਾਰੇ ਕੈਂਡੀਡੇਟਸ ਜੋ ਹਨ ਉਹ ਹੁਣ ਡਿਪਰੈਸ਼ਨ ਦੇ ਵੱਲ ਵੱਧ ਰਹੇ ਹਨ। ਪਰੰਤੂ ਮੈਂ ਤੁਹਾਨੂੰ ਗੁਜ਼ਾਰਿਸ਼ ਕਰਾਂਗਾ, ਬੇਨਤੀ ਕਰਾਂਗਾ ਕਿ ਐਸੀ ਕੋਈ ਗੱਲ ਨਹੀਂ ਹੈ। ਤੁਸੀਂ ਜਦੋਂ ਤੱਕ ਕਿ ਕੋਈ ਸਪਸ਼ਟ ਫੈਸਲੇ ਨਹੀਂ ਆਉਂਦੇ ਉਦੋਂ ਤੱਕ ਕੋਈ ਇਸ ਤਰ੍ਹਾਂ ਦਾ ਕਿਉਂ ਸੋਚਦੇ ਹੋ, ਦਿਮਾਗ ਦੇ ਵਿੱਚ ਕਿਉਂ ਸੋਚਦੇ ਹੋ ਕਿ ਹੁਣ ਸਭ ਕੁਝ ਹੀ ਖਤਮ ਹੋ ਗਿਆ ਹੈ। ਐਸਾ ਕੁਝ ਨਹੀਂ ਹੈ। ਜਦੋਂ ਸੁਪਰੀਮ ਕੋਰਟ ਦੇ ਵਿੱਚ ਇਹ ਕੇਸ ਚੱਲੇਗਾ ਉੱਥੋਂ ਸਪਸ਼ਟ ਪਤਾ ਲੱਗ ਜਾਣਾ ਹੈ ਕਿ ਕਿਸ ਨੇ ਜਿੱਤਣਾ ਹੈ। ਉਸ ਤੋਂ ਪਹਿਲਾਂ ਹੀ ਆਪਾਂ ਆਪਣੀ ਜੋ ਲੜਾਈ ਹੈ ਉਸ ਨੂੰ ਹਾਰਨ ਦੇ ਵੱਲ ਨਹੀਂ ਲਿਜਾਣਾ, ਢਹਿੰਦੀਆਂ ਕਲਾਂ ਵਿੱਚ ਨਹੀਂ ਲਿਜਾਣਾ। ਤੁਹਾਨੂੰ ਇਹ ਵੀ ਪਤਾ ਹੈ ਕਿ ਜਦੋਂ ਯੁੱਧ ਚੱਲ ਰਿਹਾ ਹੋਵੇ ਤੇ ਉਸ ਵੇਲੇ ਨਾ ਤਾਂ ਘੋੜੇ ਬਦਲੇ ਜਾਂਦੇ ਹਨ ਤੇ ਮੀਕਲੀ ਸਰੈਂਡਰ ਵੀ ਨਹੀਂ ਕੀਤਾ ਜਾਂਦਾ। ਮੀਕਲੀ ਸਰੈਂਡਰ ਦਾ ਭਾਵ ਇਹ ਹੈ ਕਿ ਬਿਨਾਂ ਲੜਾਈ ਕਰਨ ਤੋਂ ਹੀ ਬਹੁਤ ਹੀ ਬੁਜ਼ਦਿਲ ਤਰੀਕੇ ਦੇ ਨਾਲ ਸਰੈਂਡਰ ਕਰ ਦੇਣਾ, ਇਹ ਵੀ ਕੋਈ ਵੱਡੀ ਸਿਆਣਪ ਨਹੀਂ ਹੈ। ਆਓ ਦੇਖਦੇ ਹਾਂ ਕਿ ਕੀ ਵਾਪਰਦਾ ਹੈ। ਉਸ ਤੋਂ ਬਾਅਦ ਅੱਗੇ ਸੋਚਿਆ ਜਾਵੇਗਾ ਕਿ ਉਸ ਤੋਂ ਬਾਅਦ ਕੀ ਕਰਨਾ ਹੈ। ਤਾਂ ਹੁਣੇ ਹੀ ਹੌਸਲਾ ਛੱਡ ਦੇਣਾ ਇਹ ਬਹੁਤ ਹੀ ਢਹਿੰਦੀਆਂ ਕਲਾਂ ਵੱਲ ਜਾਣ ਵਾਲੀ ਗੱਲ ਹੈ। ਮੈਂ ਤੁਹਾਨੂੰ ਇੱਕ ਐਗਜ਼ਾਮਪਲ ਦੇਵਾਂਗਾ ਕਿ ਰਾਜਸਥਾਨ ਦੇ ਵਿੱਚ ਰੀਟ ਭਰਤੀ 2, ਰੀਟ ਲੈਵਲ 2 ਦੀ ਜੋ ਭਰਤੀ ਹੈ ਨਾ ਉਸ ਦਾ ਰਿਜ਼ਲਟ ਹੀ ਕੈਂਸਲ ਹੋ ਗਿਆ ਹੈ। ਇਹ ਜੋ ਰੀਟ ਲੈਵਲ 2 ਰਿਕਰੂਟਮੈਂਟ ਵਾਸਤੇ ਟੈਸਟ ਹੁੰਦਾ ਹੈ, ਐਲੀਜੀਬਿਲਿਟੀ ਟੈਸਟ ਹੁੰਦਾ ਹੈ, ਉਸ ਦਾ ਨਤੀਜਾ ਹੀ ਜੋ ਹੈ ਉਹ ਕੈਂਸਲ ਕਰ ਦਿੱਤਾ ਗਿਆ ਹੈ। ਕਾਰਨ ਕੀ ਹੈ? ਕਾਰਨ ਇਹ ਬਣਿਆ ਕਿ ਉਸ ਦਾ ਪੇਪਰ ਲਾਰਜ ਸਕੇਲ ਦੇ ਉੱਤੇ ਲੀਕ ਹੋ ਗਿਆ ਸੀ। ਬਹੁਤ ਵੱਡੇ ਲੈਵਲ ਦੇ ਉੱਤੇ ਇਹ ਕੇਸ ਚੱਲਿਆ ਔਰ CBI ਤੱਕ ਜੋ ਜਾਂਚ ਦੀ ਨੌਬਤ ਆ ਗਈ ਔਰ ਇਸ ਲੈਵਲ 2 ਦੀ ਪ੍ਰੀਖਿਆ ਨੂੰ, ਜਿਹੜੀ ਰੀਟ ਦੀ ਪ੍ਰੀਖਿਆ ਸੀ, ਇਸ ਨੂੰ ਬਿਲਕੁਲ ਹੀ ਕੈਂਸਲ ਕਰ ਦਿੱਤਾ ਗਿਆ ਹੈ। ਹੁਣ ਅਗਲਾ ਜੋ ਰੀਟ ਹੈ ਉਹ ਅਜੇ ਉਸ ਦੇ ਨਵੇਂ ਕਾਨੂੰਨ ਬਣ ਰਹੇ ਨੇ ਵੀ ਕਿਸ ਤਰੀਕੇ ਨਾਲ ਲੈਣਾ ਹੈ ਤੇ ਉਸ ਦੇ ਫਿਰ ਨੋਟੀਫਿਕੇਸ਼ਨ ਹੋਏਗਾ, ਫਿਰ ਪੇਪਰ ਹੋਏਗਾ। ਤਾਂ ਕਹਿਣ ਦਾ ਭਾਵ ਇਹ ਹੈ ਕਿ ਘੱਟੋ ਘੱਟ 1 ਸਾਲ, ਇਸ ਤੋਂ ਜ਼ਿਆਦਾ ਟਾਈਮ ਵੀ ਲੱਗ ਸਕਦਾ ਹੈ, ਦੁਬਾਰਾ ਫੇਰ ਉਸ ਦੀ ਤਿਆਰੀ ਦੇ ਵਾਸਤੇ, ਉਸ ਟੈਸਟ ਨੂੰ ਕੰਡਕਟ ਕਰਨ ਵਾਸਤੇ ਤੇ ਲੱਗੇਗਾ। ਕਹਿਣ ਦਾ ਭਾਵ ਇਹ ਹੈ ਕਿ ਉਹ ਜੋ ਉੱਥੇ ਰੀਟ ਲੈਵਲ 2 ਦੇ ਉਮੀਦਵਾਰ ਹਨ ਉਹਨਾਂ ਨੂੰ ਹੋਰ ਲੰਬਾ ਇੰਤਜ਼ਾਰ ਕਰਨਾ ਪਵੇਗਾ। ਮੇਰੇ ਕਹਿਣ ਦਾ ਭਾਵ ਇਹ ਹੈ ਕਿ ਤੁਸੀਂ ਇਕੱਲੇ ਹੀ ਨਹੀਂ ਹੋ,
ETT 6635 ਦੇ ਕੈਂਡੀਡੇਟ ਜਾਂ ETT 2364 ਦੇ ਉਮੀਦਵਾਰ ਜਾਂ 5994 ਦੇ ਉਮੀਦਵਾਰ ਤੁਸੀਂ ਇਕੱਲੇ ਹੀ ਨਹੀਂ ਹੋ। ਲੱਖਾਂ ਹੀ ਆਪਣੇ ਦੇਸ਼ ਇੰਡੀਆ ਦੇ ਵਿੱਚ ਲੱਖਾਂ ਹੀ ਐਸੇ ਉਮੀਦਵਾਰ ਹਨ ਜਿਹੜੇ ਕਿ ਇਹਨਾਂ ਵਿਵਾਦਤ ਕਾਨੂੰਨਾਂ ਦੀ ਮਾਰ ਝੇਲ ਰਹੇ ਹਨ। ਕੰਟਰੋਵਰਸ਼ੀਅਲ ਕਾਨੂੰਨ ਜਿਹੜੇ ਬਣੇ ਹੋਏ ਨੇ ਉਹਨਾਂ ਦੀ ਮਾਰ ਝੇਲ ਰਹੇ ਹਨ। ਆਪਾਂ ਇਕੱਲੇ ਨਹੀਂ ਹਾਂ, ਇਸ ਕਰਕੇ ਹੌਸਲਾ ਨਾ ਛੱਡੋ ਔਰ ਉਦੋਂ ਤੱਕ ਇੰਤਜ਼ਾਰ ਕਰੋ ਜਦੋਂ ਤੱਕ ਕਿ ਕੋਈ ਸੁਪਰੀਮ ਕੋਰਟ ਦੁਆਰਾ ਫਾਈਨਲ ਫੈਸਲਾ ਨਹੀਂ ਆ ਜਾਂਦਾ। ਉਹਨਾਂ ਚਿਰ ਤੁਸੀਂ ਚੜ੍ਹਦੀ ਕਲਾ ਦੇ ਵਿੱਚ ਰਹਿਣਾ ਹੈ, ਹੌਸਲਾ ਨਹੀਂ ਛੱਡਣਾ। ਬੀ ਆਪਟੀਮਿਸਟਿਕ, ਡੂ ਨਾਟ ਬੀ ਪੈਸੀਮਿਸਟਿਕ ਪਲੀਜ਼। ਔਰ ਇਸ ਤਰ੍ਹਾਂ ਕਰਦੇ ਹੋਏ ਆਓ ਦੇਖੀਏ ਵਕਤ ਦੀ ਧਾਰ ਦੇਖੀਏ ਅਤੇ ਇਹ ਵੀ ਦੇਖੀਏ ਆਗੇ ਦੇਖੀਏ ਹੋਤਾ ਹੈ ਕਿਆ। ਤਾਂ ਇਸ ਤਰ੍ਹਾਂ ਕਰਕੇ ਅਸੀਂ ਜਦੋਂ ਫਾਈਨਲ ਕੋਈ ਨਤੀਜਾ ਆਏਗਾ ਉਸ ਵੇਲੇ ਹੀ ਇਸ ਦੇ ਬਾਰੇ ਕੋਈ ਹੋਰ ਪਲੈਨਿੰਗ ਕੀਤੀ ਜਾਵੇਗੀ। ਅੱਜ ਦੀ ਵੀਡੀਓ ਦੇ ਵਿੱਚ ਬਸ ਇੰਨਾ ਹੀ। ਹੁਣ ਅਗਲੀ ਵੀਡੀਓ ਜੇਕਰ ਕੋਈ ਅਪਡੇਟ ਆਈ ਤਾਂ ਉਹ ਵੀਡੀਓ ਬਣਾ ਕੇ ਤੇ ਤੁਹਾਨੂੰ ਉਸ ਤੋਂ ਜਾਣੂ ਕਰਵਾ ਦਿੱਤਾ ਜਾਏਗਾ। ਤੁਹਾਨੂੰ ਗੁਜ਼ਾਰਿਸ਼ ਹੈ ਕਿ ਤੁਸੀਂ ਇਸ ਵੀਡੀਓ ਨੂੰ ਲਾਈਕ ਤੇ ਸ਼ੇਅਰ ਜ਼ਰੂਰ ਕਰ ਦੇਣਾ ਤੇ ਸਾਡੇ ਚੈਨਲ ਨੂੰ ਸਬਸਕ੍ਰਾਈਬ ਵੀ ਜ਼ਰੂਰ ਕਰੋ ਤਾਂ ਜੋ ਹਰੇਕ ਆਉਣ ਵਾਲੀ ਵੀਡੀਓ ਦਾ ਨੋਟੀਫਿਕੇਸ਼ਨ ਆਪ ਜੀ ਨੂੰ ਸਮੇਂ ਸਿਰ ਮਿਲ ਜਾਇਆ ਕਰੇ। ਖੁਸ਼ ਰਹੋ, ਆਬਾਦ ਰਹੋ, ਚੜ੍ਹਦੀ ਕਲਾ ਵਿੱਚ ਰਹੋ। ਵੀਡੀਓ ਦੇਖਣ ਵਾਸਤੇ ਤੁਹਾਡਾ ਬਹੁਤ ਬਹੁਤ ਧੰਨਵਾਦ ਜੀ।